ਮੇਰੀ ਮਾਂ ਹਰ ਰੋਜ਼ 1 ਕਿਲੋ ਚੌਲ ਮੰਗਵਾਉਂਦੀ ਤੇ ਕਹਿੰਦੀ ਕਿ ਤੇਰੇ ਪਿਤਾ ਜੀ ਨੂੰ ਬਹੁਤ ਪਸੰਦ ਆ। ਇਸ ਲਈ ਮੈਂ ਹਰ ਰੋਜ਼ ਦੁਕਾਨਦਾਰ ਤੋਂ ਚੌਲ ਲੈ ਕੇ ਆਉਂਦੀ, ਪਰ ਮੇਰੀ ਮਾਂ ਉਸ ਨੂੰ ਬਣਾਉਂਦੀ ਨਹੀਂ ਸੀ। ਮੈਂ ਬੜੀ ਹੈਰਾਨ ਹੁੰਦੀ। ਇੱਕ ਦਿਨ ਥੈਲੇ ਵਿੱਚ ਸ਼ੇਕ ਸੀ। ਮੈਨੂੰ ਲੱਗਿਆ ਝੋਲੇ ਵਿੱਚ ਕੁਝ ਹਿਲਦਾ ਪਿਆ ਹੈ। ਜਿਵੇਂ ਹੀ ਮੈਂ ਥੈਲਾ ਖੋਲ੍ਹ ਕੇ ਦੇਖਿਆ ਤਾਂ ਮੇਰੀ ਚੀਕ ਨਿਕਲ ਗਈ, ਕਿਉਂਕਿ ਥੈਲੇ ਵਿੱਚ ਤਾਂ ਮੇਰੇ ਪਿਤਾ ਜੀ ਮੇਰੀ ਮਾਂ ਨਾਲ ਲੜ ਕੇ ਬਾਹਰ ਨਿਕਲ ਗਏ ਤੇ ਮਾਂ ਵੀ ਉੱਚੀ ਉੱਚੀ ਚੀਕ ਰਹੀ ਸੀ। ਉਦੋਂ ਮੈਂ ਬਾਹਰ ਬੈਠੀ ਡਰਾਇੰਗ ਰੂਮ ਦੇ ਵਿੱਚ 12ਵੀਂ ਕਲਾਸ ਦੇ ਪੇਪਰਾਂ ਦੀ ਤਿਆਰੀ ਕਰ ਰਹੀ ਸੀ। ਮੇਰਾ ਮਨ ਪੜ੍ਹਾਈ ਵਿੱਚੋਂ ਹਟ ਗਿਆ। ਮੇਰੇ ਪਿਤਾ ਜੀ ਮੈਨੂੰ ਆਪਣੀ ਲੜਾਈ ਵਿੱਚ ਘੜੀਸ ਲਿਆਏ ਤੇ ਮੈਨੂੰ ਹਮੇਸ਼ਾ ਦੀ ਤਰ੍ਹਾਂ ਮਨਹੂਸ ਕਹਿ ਕੇ ਚਲੇ ਗਏ। ਮੈਂ ਇਸ ਗੱਲ ਤੋਂ ਥੋੜ੍ਹੀ ਨਾਰਾਜ਼ ਹੋ ਗਈ। ਮੈਂ ਸੋਚ ਰਹੀ ਸੀ ਕਿ ਫਿਲਮਾਂ ਵਿੱਚ ਤਾਂ ਦਿਖਾਇਆ ਜਾਂਦਾ ਕਿ ਮਾਂ-ਬਾਪ ਆਪਣੇ ਇਕਲੌਤੇ ਬੱਚੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਨੇ, ਪਰ ਇੱਥੇ ਤਾਂ ਮਾਮਲਾ ਕੁਝ ਹੋਰ ਹੀ ਸੀ। ਮੇਰੇ ਪਾਪਾ ਜਦੋਂ ਵੀ ਮੈਨੂੰ ਮਨਹੂਸ ਕਹਿੰਦੇ ਤਾਂ ਮੇਰੀ ਮਾਂ ਨਾਰਾਜ਼ ਹੋ ਜਾਂਦੀ ਤੇ ਕਹਿੰਦੀ ਕਿ ਦੁਆ ਕਰੋ ਅਨੀਤਾ ਮਰ ਜਾਵੇ, ਤੇਰੇ ਜੀਵਨ ਵਿੱਚੋਂ ਅਨੀਤਾ ਦਾ ਮਨਹੂਸ ਸਾਇਆ ਹਟ ਜਾਵੇ। ਤੇ ਮੈਂ ਬਾਹਰ ਬੈਠ ਕੇ ਰੱਬ ਨੂੰ ਕਹਿੰਦੀ ਕਿ ਮੈਂ ਅਜਿਹੀ ਜ਼ਿੰਦਗੀ ਨੂੰ ਕੀ ਕਰਨਾ ਹੈ। ਰਹਿੰਦੀ ਕਸਰ ਮੇਰੀ ਦਾਦੀ ਪੂਰੀ ਕਰ ਦਿੰਦੀ ਸੀ। ਜਿੱਦਾਂ ਹੀ ਪਿਤਾ ਜੀ ਘਰ ਤੋਂ ਬਾਹਰ ਜਾਂਦੇ ਤਾਂ ਮੇਰੀ ਮਾਂ ਨਾਲ ਲੜਨ ਲੱਗ ਜਾਂਦੀ। ਸਾਡਾ ਘਰ ਪਾਣੀਪਤ ਦਾ ਮੈਦਾਨ ਬਣ ਜਾਂਦਾ। ਆਂਢੀ ਗੁਆਂਢੀ ਛੱਤਾਂ 'ਤੇ ਖੜੇ ਹੋ ਕੇ ਨੂੰਹ ਸੱਸ ਦੀ ਲੜਾਈ ਦਾ ਆਨੰਦ ਮਾਣਦੇ, ਜਿਵੇਂ ਸਿਨੇਮਾ ਵਿੱਚ ਕੋਈ ਫਿਲਮ ਚੱਲ ਰਹੀ ਹੋਵੇ। ਮੈਂ ਇਹਨਾਂ ਦੇ ਨਿੱਤ ਦੇ ਝਗੜਿਆਂ ਤੋਂ ਤੰਗ ਆ ਚੁੱਕੀ ਸੀ। ਦਾਦੀ ਮੇਰੀ ਮਾਂ ਨੂੰ ਕਹਿੰਦੀ, ਮੈਂ ਤੇਰਾ ਤਲਾਕ ਕਰਵਾ ਕੇ ਹੀ ਰਹੂੰਗੀ। ਬਹੁਤ ਐਸ਼ ਕਰ ਲਈ ਤੂੰ ਮੇਰੇ ਬੇਟੇ ਦੀ ਕਮਾਈ ਉੱਤੇ। ਮੰਮੀ ਤੇ ਦਾਦੀ ਦੀ ਤੂੰ ਮੈਂ ਸ਼ੁਰੂ ਹੋ ਜਾਂਦੀ ਤੇ ਖਤਮ ਹੋਣ ਦਾ ਨਾਂ ਹੀ ਨਾ ਲੈਂਦੀ। ਮੇਰੀ ਦਾਦੀ ਦੀ ਐਸ਼ ਵਾਲੀ ਗੱਲ ਉੱਤੇ ਮੈਨੂੰ ਹਾਸਾ ਬਹੁਤ ਆਉਂਦਾ, ਕਿਉਂਕਿ ਮੈਂ ਆਪਣੀ ਮਾਂ ਨੂੰ ਕਦੇ ਵੀ ਆਪਣੇ ਉੱਤੇ 1 ਰੁਪਿਆ ਖਰਚ ਕਰਦੇ ਨਹੀਂ ਦੇਖਿਆ ਸੀ। ਐਸ਼ ਤਾਂ ਬਹੁਤ ਦੂਰ ਦੀ ਗੱਲ ਸੀ। ਮੇਰੀ ਮਾਂ ਮੇਰੇ ਕੋਲ ਆਈ, ਆਪਣੇ ਦੁਪੱਟੇ ਦੀ ਗੰਢ ਖੋਲ੍ਹੀ ਤੇ ਕੁਝ ਪੈਸੇ ਕੱਢ ਕੇ ਕਿਹਾ, ਜਾ ਬੇਟਾ ਦੁਕਾਨ ਤੋਂ 1 ਕਿਲੋ ਚੌਲ ਲੈ ਕੇ ਆ, ਤੇਰੇ ਪਾਪਾ ਬੜੇ ਸ਼ੌਂਕ ਨਾਲ ਖਾਂਦੇ ਨੇ। ਮੈਂ ਮਾਂ ਤੋਂ ਪੈਸੇ ਫੜੇ ਤੇ ਆਪਣਾ ਸਿਰ ਢੱਕ ਕੇ ਬਾਹਰ ਚਲੀ ਗਈ। ਇਹੀ ਸੋਚ ਰਹੀ ਸੀ ਕਿ ਮਾਂ ਰੋਜ਼ ਮੇਰੇ ਕੋਲੋਂ ਚੌਲ ਮੰਗਵਾਉਂਦੀ ਕਿਉਂ ਹੈ, ਜਦੋਂ ਚੌਲ ਬਣਾਉਣੇ ਨਹੀਂ ਹੁੰਦੇ। ਪਤਾ ਨਹੀਂ ਚੌਲਾਂ ਦਾ ਕੀ ਕਰਦੀ ਹੈ। ਮੈਨੂੰ ਤਾਂ ਇੱਦਾਂ ਲੱਗਦਾ ਸੀ ਜਿੱਦਾਂ ਘਰ ਦੇ ਇੱਦਾਂ ਦੇ ਝਗੜੇ ਵਾਲੇ ਮਾਹੌਲ ਤੋਂ ਦੂਰ ਭੇਜਣ ਲਈ ਮੈਨੂੰ ਬਹਾਨੇ ਨਾਲ ਚੌਲ ਲੈਣ ਭੇਜਦੇ ਹਨ। ਮੇਰੀ ਮਾਂ ਇੱਕ ਸਿੱਧੀ ਸਾਦੀ ਜਿਹੀ ਔਰਤ ਹੈ, ਸਾਰਾ ਦਿਨ ਕੰਮ ਹੀ ਲੱਗੀ ਰਹਿੰਦੀ ਤੇ ਕੋਈ ਵੀ ਮੇਰੀ ਮਾਂ ਤੋਂ ਖੁਸ਼ ਨਹੀਂ ਹੁੰਦਾ ਸੀ, ਕਿਉਂਕਿ ਉਹਨਾਂ ਦਾ ਸਿਰਫ ਇੰਨਾ ਹੀ ਕਸੂਰ ਸੀ ਕਿ ਉਹਨਾਂ ਨੇ ਇੱਕ ਲੜਕੀ ਨੂੰ ਜਨਮ ਦਿੱਤਾ, ਲੜਕੇ ਨੂੰ ਨਹੀਂ। ਮੇਰੇ ਜਨਮ ਤੋਂ ਬਾਅਦ ਕੁਝ ਐਦਾਂ ਦੀ ਸਿਚੁਏਸ਼ਨ ਆਈ ਕਿ ਮੇਰੀ ਮਾਂ ਦੁਬਾਰਾ ਮਾਂ ਨਹੀਂ ਬਣ ਪਾਈ। ਇਸੇ ਕਰਕੇ ਪਿਤਾ ਜੀ ਮੈਨੂੰ ਮਨਹੂਸ ਕਹਿੰਦੇ ਸੀ। ਮੇਰੇ ਪਿਤਾ ਜੀ ਇੱਕ ਨਸ਼ੇੜੀ ਕਿਸਮ ਦੇ ਇਨਸਾਨ ਸੀ। ਉੱਦਾਂ ਤਾਂ ਘਰ ਵਿੱਚ ਉਹ ਮੇਰੀ ਮਾਂ ਨਾਲ ਠੀਕ ਰਹਿੰਦੇ ਸੀ, ਪਰ ਜਿਸ ਦਿਨ ਦਾਦੀ ਉਹਨਾਂ ਨੂੰ ਪੋਤਾ ਨਾ ਹੋਣ ਦੀ ਗੱਲ ਯਾਦ ਕਰਾਉਂਦੀ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਂਦੇ। ਦਾਦੀ ਉਹਨਾਂ ਨੂੰ ਕਹਿੰਦੀ ਕਿ ਤੇਰੇ ਬਾਅਦ ਤਾਂ ਆਪਣਾ ਖਾਨਦਾਨ ਖਤਮ ਹੋ ਜਾਵੇਗਾ। ਤੂੰ ਕਦੋਂ ਤੱਕ ਇਸ ਔਰਤ ਦੇ ਪੱਲੇ ਨਾਲ ਵੱਜਾ ਰਹੇਗਾ। ਮੈਂ ਤੇਰਾ ਦੂਜਾ ਵਿਆਹ ਕਰਵਾ ਕੇ ਹੀ ਰਹਾਂਗੀ। ਪਿਤਾ ਜੀ ਖਿਝ ਕੇ ਦਾਦੀ ਕੋਲੋਂ ਉੱਠ ਕੇ ਮਾਂ ਦੇ ਕੋਲ ਕਮਰੇ ਵਿੱਚ ਚਲੇ ਜਾਂਦੇ ਤੇ ਮਾਂ ਨੂੰ ਬੋਲਣ ਲੱਗ ਪੈਂਦੇ। ਇਹਨਾਂ ਲੜਾਈ ਝਗੜਿਆਂ ਦੇ ਕਾਰਨ ਮੈਂ ਡਿਪਰੈਸ਼ਨ ਵਿੱਚ ਜਾ ਰਹੀ ਸੀ। ਐਦਾਂ ਹੀ ਦਿਨ ਲੰਘ ਰਹੇ ਸੀ ਕਿ ਇੱਕ ਦਿਨ ਮੈਂ ਕਾਲਜ ਤੋਂ ਵਾਪਸ ਆਈ ਤਾਂ ਦੇਖਿਆ ਮੇਰੀ ਮਾਂ ਵਿਹੜੇ ਵਿੱਚ ਬੈਠ ਕੇ ਉੱਚੀ ਉੱਚੀ ਰੋ ਰਹੀ ਸੀ। ਮੈਂ ਥੋੜਾ ਡਰ ਗਈ। ਮੈਂ ਆਪਣਾ ਬੈਗ ਦਰਵਾਜ਼ੇ 'ਤੇ ਹੀ ਸੁੱਟ ਦਿੱਤਾ। ਮੈਂ ਭੱਜ ਕੇ ਮਾਂ ਕੋਲ ਆਈ ਤੇ ਪੁੱਛਿਆ, ਮਾਂ ਕੀ ਹੋਇਆ? ਉਹ ਰੋਂਦੀ ਹੋਈ ਬੋਲੀ, ਮੈਂ ਮਰ ਜਾਵਾਂਗੀ, ਮੈਂ ਬਰਬਾਦ ਹੋ ਜਾਵਾਂਗੀ, ਮੇਰਾ ਕੁਝ ਨਹੀਂ ਬਚਿਆ ਇਸ ਦੁਨੀਆ ਵਿੱਚ। ਮੈਂ ਮਾਂ ਨੂੰ ਕਿਹਾ, ਦੱਸ ਤਾਂ ਸਹੀ ਕੀ ਹੋਇਆ? ਪਿਤਾ ਜੀ ਤਾਂ ਠੀਕ ਹਨ। ਮਾਂ ਨੇ ਮੈਨੂੰ ਗਲ ਨਾਲ ਲਗਾ ਲਿਆ ਤੇ ਉੱਚੀ ਉੱਚੀ ਰੋਣ ਲੱਗ ਪਈ ਤੇ ਕਹਿਣ ਲੱਗੀ, ਤੇਰੀ ਦਾਦੀ ਨੇ ਆਪਣੀ ਕਿਸੇ ਸਹੇਲੀ ਦੀ ਲੜਕੀ ਨੂੰ ਬੁਲਾਇਆ ਤੇ ਤੇਰੇ ਪਿਤਾ ਜੀ ਦਾ ਉਸ ਨਾਲ ਵਿਆਹ ਕਰਵਾ ਦੇਣਗੇ। ਫਿਰ ਆਪਾਂ ਦੋਨਾਂ ਨੂੰ ਘਰੋਂ ਕੱਢ ਦੇਣਗੇ। ਆਪਾਂ ਕਿੱਥੇ ਜਾਵਾਂਗੇ? ਗੱਲ ਤਾਂ ਪਰੇਸ਼ਾਨੀ ਵਾਲੀ ਸੀ, ਪਰ ਜਦੋਂ ਮੈਂ ਮਾਂ ਨੂੰ ਸਮਝਾਇਆ ਬੁਝਾਇਆ ਤਾਂ ਮਾਂ ਸੰਭਲ ਗਈ। ਫਿਰ ਜਲਦੀ ਨਾਲ ਮਾਂ ਨੇ ਆਪਣੀ ਚੁੰਨੀ ਦੇ ਪੱਲੇ ਨਾਲ ਬੰਨੇ ਪੈਸੇ ਕੱਢੇ ਤੇ ਬੋਲੀ, 1 ਕਿਲੋ ਚੌਲ ਲਿਆ ਦੇ ਮੈਨੂੰ। ਮਾਂ ਦੀ ਹਾਲਤ ਦੇਖ ਮੇਰਾ ਹਾਸਾ ਨਿਕਲ ਗਿਆ ਕਿ ਥੋੜ੍ਹੀ ਦੇਰ ਪਹਿਲਾਂ ਮਾਂ ਆਪਣੀ ਸੁੱਧ ਬੁੱਧ ਖੋਈ ਬੈਠੀ ਸੀ ਤੇ ਹੁਣ ਜਦੋਂ ਮਾੜੀ ਜਿਹੀ ਹਾਲਤ ਠੀਕ ਹੋਈ ਤਾਂ ਚੌਲਾਂ ਦੀ ਪਈ ਐ। ਮੈਂ ਹੱਸਦੀ ਹੋਈ ਬੋਲੀ, ਮਾਂ ਚੌਲ ਆਪਣੀ ਸੌਕਣ ਦੇ ਲਈ ਬਣਾ ਕੇ ਰੱਖਣੇ ਐ। ਤੇ ਮੈਂ ਹੱਸਦੀ ਦੁਕਾਨ 'ਤੇ ਚਲੇ ਗਈ। ਮੈਨੂੰ ਪਤਾ ਸੀ ਕਿ ਰੋਜ਼ ਦੀ ਤਰ੍ਹਾਂ ਅੱਜ ਵੀ ਮਾਂ ਨੇ ਚੌਲ ਨਹੀਂ ਬਣਾਉਣੇ। ਕਦੀ ਕਦੀ ਮੈਨੂੰ ਲੱਗਦਾ ਮਾਂ ਹਰ ਰੋਜ਼ 1 ਕਿਲੋ ਚੌਲ ਮੰਗਵਾ ਕੇ ਜਮ੍ਹਾਂ ਤਾਂ ਨਹੀਂ ਕਰਦੀ,
ਮੈਂ ਚੌਲ ਲੈ ਕੇ ਵਾਪਸ ਘਰ ਆ ਗਈ ਤੇ ਦੇਖਿਆ ਕਿ ਦਾਦੀ ਦੀ ਸਹੇਲੀ ਦੀ ਲੜਕੀ ਵੀ ਆ ਚੁੱਕੀ ਸੀ। ਉਹ 30-32 ਸਾਲ ਦੀ ਹੋਣੀ, ਮਾਂ ਤੋਂ ਘੱਟੋ ਘੱਟ 7-8 ਸਾਲ ਛੋਟੀ। ਉਹਨੇ ਨਵੇਂ ਜ਼ਮਾਨੇ ਦੇ ਕੱਟ ਵਾਲੇ ਕੱਪੜੇ ਪਾਏ ਹੋਏ ਸੀ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਦੇਖਣ ਵਿੱਚ ਬਹੁਤ ਖੂਬਸੂਰਤ ਸੀ। ਮੈਂ ਮਾਂ ਵੱਲ ਵੇਖਿਆ। ਮਾਂ ਦਾ ਥੱਕਿਆ ਹੋਇਆ ਚਿਹਰਾ ਪੀਲਾ ਪੈ ਚੁੱਕਿਆ ਸੀ। ਉਹੀ ਪੁਰਾਣਾ ਜਿਹਾ ਸੂਟ ਪਾਇਆ ਹੋਇਆ ਸੀ। ਅੰਜਲੀ ਆਂਟੀ ਦੇ ਸਾਹਮਣੇ ਮਾਂ ਬਿਲਕੁਲ ਬੁੱਢੀ ਲੱਗ ਰਹੀ ਸੀ। ਮੈਨੂੰ ਆਪਣੀ ਮਾਂ 'ਤੇ ਬਹੁਤ ਤਰਸ ਆਇਆ। ਮੈਂ ਪਿਤਾ ਜੀ ਨੂੰ ਦੇਖਿਆ ਤਾਂ ਉਹ ਵੀ ਬਹੁਤ ਖੁਸ਼ ਲੱਗ ਰਹੇ ਸੀ। ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ। ਦਾਦੀ ਵੀ ਬਹੁਤ ਖੁਸ਼ ਲੱਗ ਰਹੀ ਸੀ। ਉਹ ਅੰਜਲੀ ਆਂਟੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਰੋਸ ਰਹੀ ਸੀ। ਐਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਤੇ ਮੇਰੀ ਮਾਂ ਉੱਥੇ ਮੌਜੂਦ ਹੀ ਨਹੀਂ ਸੀ। ਖਾਣਾ ਖਾਣ ਤੋਂ ਬਾਅਦ ਅਸੀਂ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ। ਮੈਨੂੰ ਪਤਾ ਸੀ ਕਿ ਅੱਜ ਮਾਂ ਨੇ ਸਾਰੀ ਰਾਤ ਰੋ ਕੇ ਹੀ ਕੱਟਣੀ ਹੈ। ਸਵੇਰ ਹੋਈ ਤਾਂ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ, ਤੂੰ ਅੱਜ ਕਾਲਜ ਨਾ ਜਾ, ਆਪਾਂ ਬਾਜ਼ਾਰ ਚੱਲਾਂਗੇ, ਕੁਝ ਖਰੀਦਦਾਰੀ ਕਰਨੀ ਹੈ। ਮੈਂ ਹੱਸੀ ਤੇ ਕਿਹਾ, ਮਾਂ ਅੱਜ ਤੁਸੀਂ ਅੰਜਲੀ ਆਂਟੀ ਦੇ ਡਰ ਨਾਲ ਖਰੀਦਦਾਰੀ ਕਰਨ ਜਾ ਰਹੇ ਹੋ। ਜੇਕਰ ਮੇਰੇ ਕਹਿਣ 'ਤੇ ਤੁਸੀਂ ਪਹਿਲਾਂ ਹੀ ਚੱਲਦੇ ਤਾਂ ਅੱਜ ਇਹ ਹਾਲਾਤ ਨਾ ਪੈਦਾ ਹੁੰਦੇ। ਮਾਂ ਉਦਾਸ ਹੋ ਗਈ। ਮਾਂ ਨੇ ਪਹਿਲੀ ਵਾਰ ਆਪਣੇ ਲਈ ਪਿਤਾ ਜੀ ਤੋਂ ਪੈਸੇ ਦੀ ਮੰਗ ਕੀਤੀ ਸੀ ਤੇ ਪਿਤਾ ਜੀ ਨੇ ਵੀ ਮਾਂ ਨੂੰ ਚੰਗੀ ਭਲੀ ਰਕਮ ਦੇ ਦਿੱਤੀ। ਪਤਾ ਨਹੀਂ ਪਿਤਾ ਜੀ ਦੀ ਮਿਹਰਬਾਨੀ ਦੇ ਪਿੱਛੇ ਮਾਂ ਦੀ ਕਦਰ ਲੁਕੀ ਸੀ ਜਾਂ ਫਿਰ ਅੰਜਲੀ ਆਂਟੀ ਦੇ ਆਉਣ ਨਾਲ ਉਹ ਇੰਨੇ ਖੁਸ਼ ਸੀ ਕਿ ਉਹਨਾਂ ਨੇ ਪੈਸਿਆਂ ਦੀ ਪਰਵਾਹ ਹੀ ਨਹੀਂ ਕੀਤੀ। ਜੋ ਵੀ ਸੀ, ਪਰ ਅਸੀਂ ਦੋਨੇ ਮਾਵਾਂ ਧੀਆਂ ਬਾਜ਼ਾਰ ਚਲੀਆਂ ਗਈਆਂ। ਮੈਂ ਆਪਣੀ ਮਾਂ ਨੂੰ ਸੋਹਣੇ ਸੋਹਣੇ ਸੂਟ ਦਿਲਵਾਏ ਤੇ ਇੱਕ ਜੋੜਾ ਚੱਪਲਾਂ ਦਾ ਵੀ ਲੈ ਕੇ ਦਿੱਤਾ। ਘਰ ਵਾਪਸੀ ਤੇ ਮਾਂ ਨੇ ਕੱਪੜੇ ਸਿਲਾਈ ਲਈ ਟੇਲਰ ਦੀ ਦੁਕਾਨ ਤੇ ਦੇ ਦਿੱਤੇ। ਜਦੋਂ ਅਸੀਂ ਘਰ ਵਾਪਸ ਆਏ ਤਾਂ ਦਾਦੀ ਆਪਣੇ ਕਮਰੇ ਵਿੱਚ ਬੈਠੀ ਰੱਬ ਦਾ ਨਾਮ ਜਪ ਰਹੀ ਸੀ, ਜਦੋਂ ਕਿ ਪਿਤਾ ਜੀ ਅੰਜਲੀ ਆਂਟੀ ਦੇ ਨਾਲ ਬੈਠੇ ਗਹਿਰੀ ਗੱਲਬਾਤ ਕਰ ਰਹੇ ਸੀ। ਇਹ ਦੇਖ ਕੇ ਮਾਂ ਦੀਆਂ ਸਾਰੀਆਂ ਖੁਸ਼ੀਆਂ ਚਕਨਾਚੂਰ ਹੋ ਗਈਆਂ। ਮਾਂ ਖਿੱਚ ਕੇ ਆਪਣੇ ਕਮਰੇ ਵਿੱਚ ਚਲੀ ਗਈ। ਪਿਤਾ ਜੀ ਵੀ ਮਾਂ ਦੇ ਪਿੱਛੇ ਪਿੱਛੇ ਕਮਰੇ ਵਿੱਚ ਚਲੇ ਗਏ ਤੇ ਮੈਂ ਅੰਜਲੀ ਆਂਟੀ ਦੇ ਕੋਲ ਬੈਠ ਕੇ ਫੈਸ਼ਨ ਦੀਆਂ ਗੱਲਾਂ ਕਰਨ ਲੱਗ ਪਈ। ਮੇਰੀ ਮਾਂ ਅਕਸਰ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਅੰਜਲੀ ਆਂਟੀ ਦੇ ਕੋਲ ਬੈਠ ਕੇ ਉਹਨਾਂ ਨੂੰ ਗੱਲੀ ਲਗਾਈ ਰੱਖਾਂ ਤਾਂ ਕਿ ਉਹ ਪਿਤਾ ਜੀ ਦੇ ਕੋਲ ਨਾ ਬੈਠਿਆ ਕਰਨ। ਅੱਜ ਕੱਲ੍ਹ ਘਰ ਵਿੱਚ ਅਜੀਬ ਜਿਹਾ ਮਾਹੌਲ ਸੀ। ਦਾਦੀ ਅੰਜਲੀ ਆਂਟੀ ਨੂੰ ਪਿਤਾ ਜੀ ਦੇ ਕੋਲ ਲਿਆਉਣ ਦੇ ਬਹਾਨੇ ਲੱਭਦੀ ਰਹਿੰਦੀ ਸੀ, ਜਦੋਂ ਕਿ ਆਂਟੀ ਤਾਂ ਖੁਦ ਪਿਤਾ ਜੀ ਦੇ ਪਿੱਛੇ ਪਿੱਛੇ ਲੱਗੀ ਰਹਿੰਦੀ ਸੀ। ਇੱਧਰ ਮੇਰੀ ਮਾਂ ਅਲੱਗ-ਅਲੱਗ ਕੰਮ ਕਰਦੀ ਰਹਿੰਦੀ ਸੀ। ਮੈਂ ਦੇਖਿਆ ਸੀ ਕਿ ਆਂਟੀ ਦਾ ਇੰਨਾ ਖੂਬਸੂਰਤ ਹੋਣ ਦੇ ਬਾਵਜੂਦ ਵੀ ਪਿਤਾ ਜੀ ਉਹਨਾਂ ਨਾਲ ਘੱਟ ਹੀ ਗੱਲਬਾਤ ਕਰਦੇ ਸੀ। ਹੁਣ ਤਾਂ ਮੇਰੀ ਮਾਂ ਵੀ ਰੋਜ਼ ਨਵੇਂ-ਨਵੇਂ ਕੱਪੜੇ ਪਾਉਂਦੀ ਤੇ ਤਿਆਰ ਹੋਣ ਲੱਗ ਪਈ। ਇੱਕ ਦਿਨ ਅਸੀਂ ਸਾਰੇ ਬੈਠੇ ਸੀ ਕਿ ਦਾਦੀ ਮੈਨੂੰ ਬੋਲੀ, ਅਨੀਤਾ ਜਾ ਸਾਹਮਣੇ ਵਾਲੀ ਦੁਕਾਨ ਤੋਂ 1 ਕਿਲੋ ਚੌਲ ਲੈ ਕੇ ਆਉਣਾ। ਤੇਰੇ ਪਾਪਾ ਬੜੇ ਸ਼ੌਂਕ ਨਾਲ ਖਾਂਦੇ ਹਨ। ਮੈਂ ਦਾਦੀ ਵੱਲ ਹੈਰਾਨੀ ਨਾਲ ਦੇਖਿਆ ਤੇ ਬੋਲੀ, ਦਾਦੀ ਤੁਸੀਂ ਵੀ ਮਾਂ ਵਾਲਾ ਕਾਰੋਬਾਰ ਸ਼ੁਰੂ ਕਰਨ ਦੀ ਸੋਚ ਰਹੇ ਹੋ? ਸਾਰੇ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗ ਪਏ। ਪਿਤਾ ਜੀ ਬੋਲੇ, ਕੀ ਮਤਲਬ? ਮੈਂ ਦੱਸਣ ਹੀ ਵਾਲੀ ਸੀ ਕਿ ਮੇਰੀ ਮਾਂ ਨੇ ਮੈਨੂੰ ਨਾਂਹ ਵਿੱਚ ਸਿਰ ਮਾਰ ਦਿੱਤਾ ਤੇ ਉਹ ਡਰੀ ਹੋਈ ਲੱਗ ਰਹੀ ਸੀ। ਮੈਂ ਸੋਚਿਆ ਮੈਨੂੰ ਆਪਣੀ ਮਾਂ ਦੀ ਗੱਲ ਐਦਾਂ ਸਾਰਿਆਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ। ਇਸੇ ਕਰਕੇ ਮੈਂ ਗੱਲ ਬਦਲ ਦਿੱਤੀ ਤੇ ਕਿਹਾ, ਜਦੋਂ ਵੀ ਮਾਂ ਮੈਨੂੰ ਕੁਝ ਲੈਣ ਦੁਕਾਨ 'ਤੇ ਭੇਜਦੀ ਹੈ ਤਾਂ ਮੈਨੂੰ ਵੀ ਪੈਸੇ ਦਿੰਦੀ ਹੈ। ਫਿਰ ਹੋਇਆ ਨਾ ਕਾਰੋਬਾਰ। ਪਿਤਾ ਜੀ ਹੱਸਣ ਲੱਗ ਪਏ। ਉਸ ਦਿਨ ਦਾਦੀ ਨੇ ਜਦੋਂ ਚੌਲ ਮੰਗਵਾਏ ਸੀ, ਉਸ ਦਿਨ ਤਾਂ ਘਰ ਵਿੱਚ ਸੱਚੀ ਚੌਲ ਬਣੇ ਸੀ ਜੋ ਮੈਂ ਬੜੇ ਸਵਾਦਾਂ ਨਾਲ ਖਾਧੇ ਸੀ। ਕੁਝ ਦਿਨ ਬੜੇ ਚੈਨ ਨਾਲ ਬੀਤੇ, ਪਰ ਦਾਦੀ ਦਾ ਦਿਮਾਗ ਫਿਰ ਤੋਂ ਘੁੰਮਣ ਲੱਗ ਪਿਆ। ਉੱਠਦੇ ਬੈਠਦੇ ਪਿਤਾ ਜੀ ਨੂੰ ਯਾਦ ਦਿਲਾਉਂਦੀ ਸੀ ਕਿ ਤੇਰੇ ਕੋਈ ਬੇਟਾ ਨਹੀਂ ਹੈ, ਸਾਡਾ ਖਾਨਦਾਨ ਖਤਮ ਹੋ ਜਾਵੇਗਾ। ਉਹ ਸਪਸ਼ਟ ਸ਼ਬਦਾਂ ਵਿੱਚ ਪਿਤਾ ਜੀ ਨੂੰ ਕਹਿੰਦੀ ਕਿ ਜੇਕਰ ਤੂੰ ਕਵੇਂ ਤਾਂ ਤੇਰਾ ਵਿਆਹ ਅੰਜਲੀ ਨਾਲ ਕਰਵਾ ਦੇਵਾਂ, ਤੇਰਾ ਘਰ ਆਬਾਦ ਹੋ ਜਾਵੇਗਾ। ਪਿਤਾ ਜੀ ਬੋਲੇ, ਮਾਂ ਮੇਰਾ ਘਰ ਪਹਿਲਾਂ ਹੀ ਆਬਾਦ ਹੈ। ਪਰ ਦਾਦੀ ਕਿੱਥੇ ਮੰਨਣ ਵਾਲੀ ਸੀ। ਇੱਕ ਦਿਨ ਮੈਂ ਕਾਲਜ ਤੋਂ ਵਾਪਸ ਆਈ ਤਾਂ ਮਾਂ ਕਮਰੇ ਵਿੱਚ ਹਨੇਰਾ ਕਰਕੇ ਬੈਠੀ ਰੋ ਰਹੀ ਸੀ। ਜਦੋਂ ਮੈਂ ਉਹਨਾਂ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਬੋਲੀ, ਜਾ ਪਹਿਲਾਂ ਮੈਨੂੰ 1 ਕਿਲੋ ਚੌਲ ਲਿਆ ਕੇ ਦੇ, ਫਿਰ ਦੱਸਦੀ ਹਾਂ। ਉਹ ਕਦੀ ਵੀ ਖੁਦ ਨਹੀਂ ਜਾਂਦੀ ਸੀ ਚੌਲ ਲੈਣ, ਹਮੇਸ਼ਾ ਮੈਨੂੰ ਹੀ ਭੇਜਦੀ ਸੀ। ਨਾਲੇ ਮੈਨੂੰ ਇਹ ਵੀ ਕਹਿ ਦਿੰਦੀ ਕਿ ਕਿਸੇ ਨੂੰ ਦੱਸਣਾ ਨਾ ਚੌਲਾਂ ਬਾਰੇ, ਆਪਣੇ ਕਾਲਜ ਬੈਗ ਵਿੱਚ ਲੁਕੋ ਕੇ ਲੈ ਕੇ ਆਉਣਾ। ਜੇ ਕੋਈ ਪੁੱਛੇ ਤਾਂ ਇਹ ਕਹਿ ਦੇਣਾ ਕਿ ਕਾਪੀਆਂ ਲੈਣ ਗਈ ਸੀ। ਮੈਂ ਵਾਪਸ ਚੌਲ ਲੈ ਕੇ ਆਈ ਤਾਂ ਮਾਂ ਨੇ ਮੈਨੂੰ ਦੱਸਿਆ ਕਿ ਦਾਦੀ ਨੇ ਮੈਨੂੰ ਤੇਰੇ ਪਿਤਾ ਜੀ ਦਾ ਕਮਰਾ ਵਿਹਲਾ ਕਰਨ ਲਈ ਕਿਹਾ ਹੈ, ਕਿਉਂਕਿ ਉਹ ਉਸ ਕਮਰੇ ਵਿੱਚ ਅੰਜਲੀ ਨੂੰ ਦੁਲਹਨ ਬਣਾ ਕੇ ਲੈ ਕੇ ਆਵੇਗੀ। ਫਿਰ ਮੈਂ ਪੁੱਛਿਆ, ਤੁਸੀਂ ਕੀ ਕਰੋਗੇ? ਤਾਂ ਮਾਂ ਬੋਲੀ, ਤੇਰੇ ਪਿਤਾ ਜੀ ਦੀ ਰਾਏ ਲਵਾਂਗੀ। ਜੇਕਰ ਉਹਨਾਂ ਨੇ ਕਿਹਾ ਕਿ ਮਾਂ ਦੀ ਗੱਲ ਮੰਨ ਲਓ ਤਾਂ ਮੈਂ ਹਮੇਸ਼ਾ ਹਮੇਸ਼ਾ ਦੇ ਲਈ ਇਹ ਘਰ ਛੱਡ ਕੇ ਚਲੀ ਜਾਵਾਂਗੀ।
ਆਪਣੀ ਮਾਂ ਦੀ ਗੱਲ ਸੁਣ ਕੇ ਮੈਂ ਡਰ ਗਈ, ਕਿਉਂਕਿ ਉਹ ਆਪਣੀ ਗੱਲ ਦੀ ਪੱਕੀ ਸੀ। ਉਹਨਾਂ ਨੇ ਜਦੋਂ ਵੀ ਕੋਈ ਫੈਸਲਾ ਲਿਆ ਉਸ ਉੱਤੇ ਕਾਇਮ ਰਹੀ ਸੀ। ਮੈਂ ਸਾਰਾ ਦਿਨ ਪ੍ਰਾਰਥਨਾ ਕਰਦੀ ਰਹੀ। ਪ੍ਰਾਰਥਨਾ ਕਰਨ ਵਿੱਚ ਕੀ ਹਰਜ ਸੀ। ਖੈਰ, ਸ਼ਾਮ ਨੂੰ ਪਿਤਾ ਜੀ ਵਾਪਸ ਘਰ ਆਏ ਤਾਂ ਬਰਾਂਡੇ ਵਿੱਚ ਬੈਠ ਕੇ 2 ਘੰਟੇ ਅੰਜਲੀ ਆਂਟੀ ਨਾਲ ਗੱਲਾਂ ਕਰਦੇ ਰਹੇ। ਪਿਤਾ ਜੀ ਆਂਟੀ ਨਾਲ ਗੱਲਾਂ ਕਰਦੇ ਸਮੇਂ ਬਹੁਤ ਖੁਸ਼ ਲੱਗ ਰਹੇ ਸੀ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਕਾਸ਼ ਪਿਤਾ ਜੀ ਮਾਂ ਨਾਲ ਵੀ ਐਦਾਂ ਹੀ ਬੈਠ ਕੇ ਗੱਲਾਂ ਕਰਦੇ। ਫਿਰ ਪਿਤਾ ਜੀ ਉੱਠ ਕੇ ਕਮਰੇ ਵਿੱਚ ਚਲੇ ਗਏ। ਮੇਰਾ ਦਿਲ ਬੁਰੀ ਤਰ੍ਹਾਂ ਨਾਲ ਧੜਕ ਰਿਹਾ ਸੀ। ਪਤਾ ਨਹੀਂ ਅੱਜ ਪਿਤਾ ਜੀ ਮਾਂ ਦੀ ਕਿਸਮਤ ਦਾ ਕੀ ਫੈਸਲਾ ਕਰਨਗੇ। ਥੋੜ੍ਹੀ ਦੇਰ ਬਾਅਦ ਮੈਂ ਮਾਂ ਦੇ ਕੋਲ ਗਈ। ਮਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸੀ ਤੇ ਮੇਰੇ ਗਲੇ ਲੱਗ ਕੇ ਰੋਣ ਲੱਗ ਪਈ। ਮੈਂ ਸਮਝ ਗਈ ਸੀ। ਮੈਂ ਮਾਂ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗੀ। ਮੈਂ ਇਸ ਘਰ ਵਿੱਚ ਨਹੀਂ ਰਹਾਂਗੀ। ਫਿਰ ਮੇਰੀ ਮਾਂ ਕਹਿਣ ਲੱਗੀ, ਕਮਲੀਏ, ਅੱਜ ਤਾਂ ਤੇਰੇ ਪਿਤਾ ਜੀ ਨੇ ਮੇਰਾ ਮਾਣ ਰੱਖ ਲਿਆ। ਜਦੋਂ ਮੈਂ ਉਹਨਾਂ ਨੂੰ ਤੇਰੀ ਦਾਦੀ ਦੀ ਗੱਲ ਦੱਸੀ ਤਾਂ ਉਹ ਬੋਲੇ, ਮਾਂ ਦਾ ਤਾਂ ਦਿਮਾਗ ਖਰਾਬ ਹੋ ਗਿਆ, ਤੂੰ ਬਿਲਕੁਲ ਵੀ ਚਿੰਤਾ ਨਾ ਕਰ। ਮੈਂ ਖੁਸ਼ੀ ਨਾਲ ਟੱਪਣ ਲੱਗ ਪਈ, ਪਰ ਇਹ ਖੁਸ਼ੀ ਜ਼ਿਆਦਾ ਦਿਨ ਤੱਕ ਟਿਕੀ ਨਾ। ਇਸ ਘਟਨਾ ਤੋਂ ਕੁਝ ਦਿਨ ਬਾਅਦ ਪਿਤਾ ਜੀ ਅੰਜਲੀ ਆਂਟੀ ਨੂੰ ਖਰੀਦਦਾਰੀ ਕਰਨ ਲੈ ਜਾਂਦੇ ਜਾਂ ਘੁਮਾਉਣ ਲੈ ਕੇ ਚਲੇ ਜਾਂਦੇ। ਦੂਜੇ ਪਾਸੇ ਮੇਰੀ ਮਾਂ ਟੈਨਸ਼ਨ ਦੇ ਮਾਰੇ ਸੁੱਕ ਕੇ ਤੀਲੇ ਵਰਗੀ ਹੋ ਗਈ ਸੀ। ਹੁਣ ਤਾਂ ਮੈਂ ਤਾਂ ਸਾਰਾ ਦਿਨ ਪਿਤਾ ਜੀ ਦੀ ਜਾਸੂਸੀ 'ਤੇ ਹੀ ਬੀਤਦਾ ਸੀ ਅਤੇ ਹੁਣ ਤਾਂ ਅੰਜਲੀ ਆਂਟੀ ਨੇ ਵੀ ਦਾਦੀ ਨੂੰ ਕਹਿ ਦਿੱਤਾ ਸੀ ਕਿ ਜੇਕਰ ਐਤਵਾਰ ਤੱਕ ਤੁਹਾਡੇ ਬੇਟੇ ਨੇ ਮੇਰੇ ਨਾਲ ਵਿਆਹ ਨਾ ਕੀਤਾ ਤਾਂ ਮੈਂ ਵਾਪਸ ਚਲੀ ਜਾਵਾਂਗੀ। ਆਖਿਰ ਕਦੋਂ ਤੱਕ ਮੈਂ ਇੰਤਜ਼ਾਰ ਵਿੱਚ ਬੈਠੀ ਰਹਾਂਗੀ। ਆਂਟੀ ਦੀਆਂ ਗੱਲਾਂ ਸੁਣ ਦਾਦੀ ਬਹੁਤ ਚਿੰਤਾ ਵਿੱਚ ਪੈ ਜਾਂਦੀ ਤੇ ਇਸੇ ਕਰਕੇ ਉਹ ਮਾਂ ਦੀ ਦੁਸ਼ਮਣ ਬਣ ਗਈ ਸੀ। ਉਸ ਦਿਨ ਐਤਵਾਰ ਸੀ, ਮੈਂ ਘਰ ਹੀ ਸੀ। ਦਾਦੀ ਮਾਂ ਦੇ ਨਾਲ ਸਵੇਰ ਤੋਂ ਹੀ ਝਗੜਾ ਕਰ ਰਹੀ ਸੀ। ਮਾਂ ਆਪਣਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਪਹਿਲਾਂ ਤਾਂ ਦਾਦੀ ਨੇ ਸਿਰਫ ਇਹ ਧਮਕੀ ਦਿੱਤੀ ਸੀ ਕਿ ਮੇਰੇ ਬੇਟੇ ਦੇ ਕਮਰੇ 'ਚੋਂ ਨਿਕਲ ਜਾ। ਹੁਣ ਤਾਂ ਦਾਦੀ ਮਾਂ ਨੂੰ ਕਹਿ ਰਹੀ ਸੀ ਕਿ ਹੁਣ ਤਾਂ ਤੈਨੂੰ ਆਪਣੇ ਬੇਟੇ ਦੀ ਜ਼ਿੰਦਗੀ 'ਚੋਂ ਹੀ ਕੱਢ ਕੇ ਰਹਾਂਗੀ ਅਤੇ ਮਾਂ ਦੇ ਕਮਰੇ ਵਿੱਚ ਆ ਗਈ ਤੇ ਉਹਨਾਂ ਦਾ ਸਮਾਨ ਚੁੱਕ ਕੇ ਕਮਰੇ 'ਚੋਂ ਬਾਹਰ ਸੁੱਟਣ ਲੱਗ ਪਈ। ਮੇਰੇ ਕੋਲੋਂ ਬਰਦਾਸ਼ਤ ਨਾ ਹੋਇਆ ਤਾਂ ਮੈਂ ਮਾਂ ਦੇ ਕਮਰੇ ਵਿੱਚ ਗਈ ਤੇ ਮਾਂ 'ਤੇ ਹੀ ਗੁੱਸਾ ਕਰਨ ਲੱਗ ਪਈ ਕਿ ਤੁਸੀਂ ਕੁਝ ਬੋਲਦੇ ਕਿਉਂ ਨਹੀਂ। ਮਾਂ ਬੋਲੀ, ਮੈਂ ਸੰਭਾਲ ਲਵਾਂਗੀ, ਤੂੰ ਬਸ ਮੈਨੂੰ 1 ਕਿਲੋ ਚੌਲ ਲਿਆ ਦੇ। ਮੈਂ ਉੱਥੋਂ ਉੱਠੀ ਤੇ ਚੌਲ ਲੈਣ ਦੇ ਲਈ ਚਲੇ ਗਈ। ਅੱਜ ਚੌਲਾਂ ਦਾ ਲਿਫਾਫਾ ਲੈ ਕੇ ਥੈਲੇ ਵਿੱਚ ਪਾਉਣ ਲੱਗੀ ਤਾਂ ਲਿਫਾਫਾ ਫਟ ਗਿਆ, ਪਰ ਮੈਨੂੰ ਘਰ ਦੀ ਚਿੰਤਾ ਸਤਾ ਰਹੀ ਸੀ। ਮੈਂ ਐਦਾਂ ਹੀ ਚੌਲਾਂ ਦਾ ਲਿਫਾਫਾ ਥੈਲੇ ਵਿੱਚ ਪਾ ਦਿੱਤਾ। ਲਗਭਗ ਅੱਧੇ ਰਸਤੇ ਵਿੱਚ ਮੈਨੂੰ ਥੈਲੇ ਵਿੱਚ ਕੁਝ ਉਛਲਦਾ ਮਹਿਸੂਸ ਹੋਇਆ। ਮੈਨੂੰ ਡਰ ਲੱਗਣ ਲੱਗ ਪਿਆ। ਜਦੋਂ ਮੈਂ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇੱਕ ਪੰਛੀ ਮਰਿਆ ਪਿਆ ਸੀ। ਮੇਰੀ ਤਾਂ ਰੂਹ ਹੀ ਕੰਬ ਉੱਠੀ। ਮੈਂ ਉਸ ਪਰਿੰਦੇ ਨੂੰ ਸੜਕ 'ਤੇ ਸੁੱਟ ਦਿੱਤਾ ਤੇ ਖੁਦ ਘਰ ਜਾਣ ਦੀ ਬਜਾਏ ਸਿੱਧਾ ਪਾਪਾ ਦੀ ਵਰਕਸ਼ਾਪ 'ਤੇ ਚਲੀ ਗਈ। ਪਿਤਾ ਜੀ ਦੀ ਵਰਕਸ਼ਾਪ ਸਾਡੇ ਘਰ ਦੇ ਕੋਲ ਹੀ ਸੀ। ਉਹ ਮੈਨੂੰ ਦੇਖ ਕੇ ਚਿੰਤਾ ਵਿੱਚ ਆ ਗਏ। ਮੈਂ ਉਹਨਾਂ ਨੂੰ ਤੁਰੰਤ ਘਰ ਚੱਲਣ ਲਈ ਕਿਹਾ। ਉਹ ਬਿਨਾਂ ਕੁਝ ਕਹੇ ਮੇਰੇ ਨਾਲ ਚੱਲ ਪਏ। ਪਿਤਾ ਜੀ ਨੇ ਅਜੇ ਘਰ ਦਾ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਮਾਂ ਡਿੱਗ ਰਹੀ ਸੀ ਕਿ ਪਿਤਾ ਜੀ ਨੇ ਅੱਗੇ ਭੱਜ ਕੇ ਮਾਂ ਨੂੰ ਫੜ ਲਿਆ ਤੇ ਪਿਤਾ ਜੀ ਨੇ ਸਾਡਾ ਦੋਨਾਂ ਮਾਵਾਂ ਧੀਆਂ ਦਾ ਹੱਥ ਫੜਿਆ ਤੇ ਅੰਦਰ ਲੈ ਗਏ। ਦਾਦੀ ਉੱਚੀ ਉੱਚੀ ਚੀਕ ਰਹੀ ਸੀ ਕਿ ਬੇਟਾ, ਹੁਣੇ ਇਸ ਔਰਤ ਨੂੰ ਤਲਾਕ ਦੇ, ਇਸ ਨੇ ਤੇਰੀ ਮਾਂ ਦੀ ਬੇਇੱਜ਼ਤੀ ਕੀਤੀ ਹੈ। ਪਿਤਾ ਜੀ ਬੋਲੇ, ਮਾਂ, ਮੈਨੂੰ ਲੱਗਦਾ ਸ਼ੁਰੂਆਤ ਤੁਸੀਂ ਹੀ ਕੀਤੀ ਹੋਵੇਗੀ। ਪਿਤਾ ਜੀ ਦੀ ਗੱਲ ਸੁਣ ਕੇ ਦਾਦੀ ਦਾ ਪਾਰਾ ਚੜ੍ਹ ਗਿਆ ਤੇ ਕਹਿਣ ਲੱਗੀ, ਕੱਲ੍ਹ ਤੇਰਾ ਅਤੇ ਅੰਜਲੀ ਦਾ ਵਿਆਹ ਹੈ, ਇਸ ਨੂੰ ਘਰੋਂ ਕੱਢ ਦਿਓ। ਪਿਤਾ ਜੀ ਹੱਸਣ ਲੱਗ ਪਏ ਤੇ ਬੋਲੇ, ਮਾਂ ਹੁਣ ਬਸ ਕਰੋ। ਤੇ ਅੰਜਲੀ ਨੂੰ ਵੀ ਬੋਲੇ ਕਿ ਦੇਖੋ ਅੰਜਲੀ, ਤੁਸੀਂ ਇਸ ਘਰ ਦੇ ਮਹਿਮਾਨ ਸੀ। ਅਸੀਂ ਤੁਹਾਡੇ ਨਾਲ ਚੰਗਾ ਸਮਾਂ ਗੁਜ਼ਾਰਿਆ। ਕਹਿਣਾ ਚੰਗਾ ਤਾਂ ਨਹੀਂ ਲੱਗਦਾ, ਪਰ ਹੁਣ ਇਹ ਮੇਰੀ ਮਜਬੂਰੀ ਬਣ ਗਈ ਹੈ ਕਿ ਤੁਹਾਨੂੰ ਕਹਾਂ ਕਿ ਤੁਸੀਂ ਹੁਣ ਆਪਣੇ ਘਰ ਵਾਪਸ ਚਲੇ ਜਾਓ, ਕਿਉਂਕਿ ਤੁਹਾਡੀ ਵਜ੍ਹਾ ਨਾਲ ਸਾਡੇ ਘਰ ਵਿੱਚ ਕਲੇਸ਼ ਪੈ ਰਿਹਾ ਹੈ। ਦਾਦੀ ਉੱਚੀ ਉੱਚੀ ਰੌਲਾ ਪਾਉਣ ਲੱਗ ਪਈ, ਤੇਰਾ ਦਿਮਾਗ ਖਰਾਬ ਹੋ ਗਿਆ, ਇਹ ਤੈਨੂੰ ਵਾਰਸ ਦੇਵੇਗੀ, ਹੋਰ ਤੈਨੂੰ ਕੀ ਚਾਹੀਦਾ। ਪਿਤਾ ਜੀ ਬੋਲੇ, ਮਾਂ, ਜੇ ਰੱਬ ਨੇ ਸਾਡੀ ਕਿਸਮਤ ਵਿੱਚ ਪੁੱਤ ਲਿਖਿਆ ਹੈ ਤਾਂ ਉਹ ਰੇਖਾ ਤੋਂ ਹੀ ਮਿਲ ਜਾਵੇਗਾ। ਨਾਲੇ ਮੇਰੀ ਇੱਕ ਗੱਲ ਚੰਗੀ ਤਰ੍ਹਾਂ ਸੁਣ ਲਓ ਕਿ ਜੇ ਤੁਸੀਂ ਅੱਜ ਤੋਂ ਬਾਅਦ ਸਾਡੇ ਨਾਲ ਲੜਾਈ ਝਗੜਾ ਕੀਤਾ ਤਾਂ ਮੈਂ ਆਪਣੀ ਪਤਨੀ ਤੇ ਬੇਟੀ ਨੂੰ ਲੈ ਕੇ ਘਰ ਛੱਡ ਕੇ ਚਲਾ ਜਾਵਾਂਗਾ। ਅੰਜਲੀ ਆਂਟੀ ਉਸੇ ਦਿਨ ਸਾਡੇ ਘਰ ਤੋਂ ਚਲੇ ਗਈ। ਮਾਂ ਵੀ ਵਾਰ-ਵਾਰ ਰੱਬ ਦਾ ਸ਼ੁਕਰੀਆ ਅਦਾ ਕਰ ਰਹੀ ਸੀ, ਕਿਉਂਕਿ ਰੱਬ ਨੇ ਉਹਨਾਂ ਦੇ ਪਤੀ ਦੇ ਦਿਲ ਵਿੱਚ ਉਹਨਾਂ ਦੇ ਲਈ ਮੁਹੱਬਤ ਭਰ ਦਿੱਤੀ ਸੀ। ਘਰ ਦੇ ਮਾਹੌਲ ਵਿੱਚ ਹੁਣ ਕਾਫੀ ਸੁਧਾਰ ਆ ਚੁੱਕਿਆ ਸੀ। ਹੁਣ ਪਿਤਾ ਜੀ ਵੀ ਸਾਨੂੰ ਬਾਹਰ ਘੁਮਾਉਣ ਲੈ ਕੇ ਜਾਂਦੇ ਸੀ। ਇੱਕ ਦਿਨ ਘਰ ਵਿੱਚ ਕੋਈ ਨਹੀਂ ਸੀ। ਮੈਂ ਮਾਂ ਨੂੰ ਪੁੱਛਿਆ, ਤੁਸੀਂ ਹਰ ਰੋਜ਼ ਮੇਰੇ ਕੋਲੋਂ ਚੌਲ ਕਿਉਂ ਮੰਗਵਾਉਂਦੇ ਸੀ? ਉਸ ਦਿਨ ਤਾਂ ਚੌਲਾਂ ਵਿੱਚ ਇੱਕ ਪੰਛੀ ਮਰਿਆ ਪਿਆ ਸੀ, ਜਿਸ ਨੂੰ ਦੇਖ ਮੈਂ ਬਹੁਤ ਡਰ ਗਈ ਸੀ। ਮੈਂ ਨਹੀਂ ਜਾਣਦੀ ਕਿ ਦੁਕਾਨਦਾਰ ਤੋਂ ਇੰਨੀ ਵੱਡੀ ਗਲਤੀ ਕਿੱਦਾਂ ਹੋ ਗਈ। ਉਹਨਾਂ ਨੇ ਚੌਲਾਂ ਦੇ ਬਦਲੇ ਪੰਛੀ ਦੇ ਦਿੱਤਾ।
ਇਸ ਵਿੱਚ ਜ਼ਰੂਰ ਕੋਈ ਰਾਜ ਲੁਕਿਆ ਹੈ। ਤੁਸੀਂ ਮੈਨੂੰ ਦੱਸੋ, ਉਹ ਪੰਛੀ ਉੱਥੇ ਕੀ ਕਰਦਾ ਸੀ? ਮਾਂ ਬਹੁਤ ਡਰ ਗਈ ਸੀ, ਪਰ ਉਹਨਾਂ ਦੇ ਕੋਲ ਸੱਚ ਬੋਲਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਮਾਂ ਕਹਿਣ ਲੱਗੀ, ਜਿਸ ਦੁਕਾਨਦਾਰ ਤੋਂ ਤੂੰ ਚੌਲ ਲੈ ਕੇ ਆਉਣੀ ਹੈ, ਉਹਨਾਂ ਦੇ ਗੁਆਂਢ ਵਿੱਚ ਇੱਕ ਬਾਬਾ ਰਹਿੰਦਾ ਹੈ। ਉਹ ਤਵੀਤ ਵਗੈਰਾ ਬਣਾਉਂਦੇ ਹਨ। ਮੈਂ ਦੁਕਾਨਦਾਰ ਨੂੰ ਕਿਹਾ ਸੀ ਕਿ ਮੇਰੀ ਸੱਸ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਰਹਿੰਦੀ, ਤਾਂ ਦੁਕਾਨਦਾਰ ਨੇ ਬਾਬੇ ਨੂੰ ਪੁੱਛ ਕੇ ਦੱਸਿਆ ਕਿ ਬਾਬਾ ਜੀ ਕਹਿੰਦੇ ਹਨ ਕਿ 40 ਦਿਨਾਂ ਤੱਕ 1 ਕਿਲੋ ਚੌਲਾਂ 'ਤੇ ਮੰਤਰ ਦਾ ਪ੍ਰਯੋਗ ਕਰਕੇ ਦੇਣਗੇ, ਜੋ ਛੱਤ 'ਤੇ ਜਾ ਕੇ ਪੰਛੀਆਂ ਨੂੰ ਪਾਉਣੇ ਹਨ, ਤੇ ਆਖਰੀ ਦਿਨ ਉਹ ਮੰਤਰ ਦਾ ਪ੍ਰਯੋਗ ਕੀਤਾ ਹੋਇਆ ਮਰਿਆ ਹੋਇਆ ਪੰਛੀ ਦੇਣਗੇ, ਜੋ ਸੱਸ ਨੂੰ ਖਿਲਾਉਣਾ ਹੈ, ਜਿਸ ਨਾਲ ਤੇਰੀ ਸੱਸ ਦੀ ਜ਼ੁਬਾਨ ਹਮੇਸ਼ਾ ਦੇ ਲਈ ਬੰਦ ਹੋ ਜਾਵੇਗੀ। ਪਰ ਤੂੰ ਉਹ ਪੰਛੀ ਤਾਂ ਸੁੱਟ ਦਿੱਤਾ। ਜੇ ਮੈਂ ਉਹ ਪ੍ਰਯੋਗ ਵੀ ਪੂਰਾ ਕਰ ਲੈਂਦੀ ਤਾਂ ਅੱਜ ਹਾਲਾਤ ਹੋਰ ਵੀ ਬਿਹਤਰ ਹੋ ਜਾਂਦੇ। ਦੇਖੋ ਨਾ, ਉਸ ਤਵੀਤ ਦੀ ਵਜ੍ਹਾ ਨਾਲ ਸਭ ਕੁਝ ਠੀਕ ਹੋ ਗਿਆ। ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਉਹਨਾਂ ਦੀ ਮਾਸੂਮੀਅਤ 'ਤੇ ਹਾਸਾ ਆ ਰਿਹਾ ਸੀ, ਪਰ ਮੈਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੀ। ਮੈਂ ਵਾਪਸ ਦੁਕਾਨ 'ਤੇ ਗਈ ਤੇ ਜਾ ਕੇ ਦੁਕਾਨਦਾਰ ਨਾਲ ਲੜਨ ਲੱਗ ਪਈ ਕਿ ਤੁਸੀਂ ਲੋਕਾਂ ਨੇ ਕੀ ਕੰਮ ਫੜਿਆ? ਸਿੱਧੇ ਸਾਦੇ ਲੋਕਾਂ ਨੂੰ ਕਾਲੇ ਜਾਦੂ ਦੇ ਨਾਮ 'ਤੇ ਬੇਵਕੂਫ ਬਣਾ ਰਹੇ ਹੋ। ਦੁਕਾਨਦਾਰ ਬੋਲਿਆ, ਜੀ ਮੈਂ ਤਾਂ ਆਪ ਤੁਹਾਡੀ ਮਾਂ ਦੇ ਮੂੰਹੋਂ ਕਾਲੇ ਜਾਦੂ ਦਾ ਸੁਣ ਕੇ ਹੈਰਾਨ ਰਹਿ ਗਿਆ ਸੀ। ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਕਿ ਤੁਹਾਡਾ ਕੰਮ ਹੋ ਜਾਵੇਗਾ, ਪਰ ਤੂੰ ਆਪਣੇ ਪਤੀ ਅਤੇ ਸੱਸ ਨਾਲ 40 ਦਿਨਾਂ ਤੱਕ ਝਗੜਾ ਨਾ ਕਰਨਾ। ਹੁਣ ਤੁਸੀਂ ਖੁਦ ਹੀ ਸੋਚੋ, ਜਦੋਂ ਅਸੀਂ ਖੁਦ ਜਵਾਬ ਦੇਣਾ ਬੰਦ ਕਰ ਦੇਵਾਂਗੇ ਤਾਂ ਕੋਈ ਸਾਡੇ ਨਾਲ ਕਿੱਦਾਂ ਝਗੜੇਗਾ? ਮੈਂ ਦੁਕਾਨਦਾਰ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਈ। ਉਸਨੇ ਪੂਰੀ ਸਥਿਤੀ ਨੂੰ ਕਿੱਦਾਂ ਸੰਭਾਲਿਆ। ਜੇ ਹਰ ਇਨਸਾਨ ਵਿੱਚ ਇਹ ਗੁਣ ਆ ਜਾਵੇ ਤਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਘਰ ਨਹੀਂ ਟੁੱਟਣਗੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।